I am Renu Kamal, Science Mistress, Government Senior Secondary Smart School, Lambapint District, Jalandhar. Today we will continue the chapter 11 of class 10th, that is the human eye and colorful world, ਮਨੁੱਖੀ ਅੱਖ ਅਤੇ ਰੰਗ ਬਿਰੰਗਾ ਸੰਸਾਰ. Today we will discuss the structure of human eye. ਮਨੁੱਖੀ ਅੱਖ ਦੀ ਰਚਨਾ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ. ਫਸਟ ਆਫ ਆਲ ਬੱਚੇ ਇਸ ਤਰ੍ਹਾਂ ਦਾ ਡਾਇਗਰਾਮ ਬਣਾਉਣ ਦੀ ਤੁਸੀਂ ਪ੍ਰੈਕਟਿਸ ਕਰਨੀ ਹੈ. ਡਰਾ ਦਿਸ ਡਾਇਗਰਾਮ ਐਂਡ ਲੇਬਲ ਇਟ ਪ੍ਰੋਪਰਲੀ. ਲੇਬਲਿੰਗ ਦੇ ਵਿੱਚ ਧਿਆਨ ਰੱਖਣਾ ਹੈ ਕਿ ਸਟਾਰਟਿੰਗ ਦੇ ਵਿੱਚ ਕੋਰਨੀਆ ਹੈ, ਦੇਖੋ ਨਜ਼ਰ ਆ ਰਿਹਾ ਹੈ ਸਾਨੂੰ ਕੋਰਨੀਆ, ਔਰ ਜਿਹੜਾ ਕਿ ਟਰਾਂਸਪੇਰੈਂਟ ਪਾਰਟ ਹੈ. ਉਸ ਤੋਂ ਅੱਗੇ ਐਕਵਸ ਹਿਊਮਰ ਹੈ, ਜੈਲੀ ਲਾਈਕ ਸਬਸਟਾਂਸ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈ. ਉਹ ਤੋਂ ਅੱਗੇ ਤੁਹਾਨੂੰ ਪਿਊਪਿਲ ਨਜ਼ਰ ਆ ਰਿਹਾ ਹੈ, ਔਰ ਸਾਈਡਸ 'ਤੇ ਆਇਰਿਸ ਜਿਹੜਾ ਹੈ ਉਹ ਕਲਰਡ ਪਾਰਟ ਆਫ ਦਾ ਆਈ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ. ਸੈਂਟਰ ਦੇ ਵਿੱਚ ਦੇਖੋ ਕ੍ਰਿਸਟਲਾਈਨ ਲੈਂਸ ਹੈ, ਕ੍ਰਿਸਟਲੀ ਲੈਂਸ ਹੈ, ਔਰ ਕ੍ਰਿਸਟਲੀ ਲੈਂਸ ਨੂੰ ਜਿਸ ਨੇ ਹੋਲਡ ਕਰਕੇ ਰੱਖਿਆ ਹੋਇਆ ਹੈ ਉਹ ਹੈ ਸਿਲਰੀ ਮਸਲਸ, ਯਾਨੀ ਸਿਲਰੀ ਪੇਸ਼ੀਆਂ. ਔਰ ਐਂਡ 'ਤੇ ਦੇਖੋ ਰੈਟੀਨਾ ਬਣਿਆ ਹੋਇਆ ਹੈ ਜਿੱਥੇ ਕਿ ਪ੍ਰਤੀਬਿੰਬ ਬਣਦਾ ਹੈ. ਦਾ ਇਮੇਜ ਫਾਰਮੇਸ਼ਨ ਟੇਕਸ ਪਲੇਸ ਐਟ ਦਾ ਰੈਟੀਨਾ. ਰੈਟੀਨਾ ਦੇ ਵਿੱਚ ਰੋਡਸ ਐਂਡ ਕੋਨ ਸੈਲਸ ਹੁੰਦੇ ਹੈ, ਔਰ ਜੋ ਵੀ ਰੈਟੀਨਾ 'ਤੇ ਇਮੇਜ ਬਣਦਾ ਹੈ ਉਸ ਨੂੰ ਬ੍ਰੇਨ ਤੱਕ ਲੈ ਕੇ ਜਾਣ ਦਾ ਕੰਮ ਹੁੰਦਾ ਹੈ ਆਪਟਿਕ ਨਰਵਸ ਦਾ, ਯਾਨੀ ਪ੍ਰਕਾਸ਼ੀ ਨਾੜੀਆਂ ਦਾ. ਔਰ ਲੈਂਸ ਔਰ ਰੈਟੀਨਾ ਦੇ ਸੈਂਟਰ ਦੇ ਵਿੱਚ ਦੇਖੋ ਇੱਕ ਜਗ੍ਹਾ ਹੈ, ਉੱਥੇ ਵਿਟਰਸ ਹਿਊਮਰ ਭਰਿਆ ਹੋਇਆ ਹੈ, ਜੈਲੀ ਲਾਈਕ substance ਭਰਿਆ ਹੋਇਆ ਹੈ. Now we will discuss each part of the human eye. The human eye is an important sense organ. It resembles like a camera which make us able to see this colorful world. ਮਨੁੱਖੀ ਅੱਖ ਇੱਕ ਮਹੱਤਵਪੂਰਨ ਗਿਆਨ ਇੰਦਰੀ ਹੈ. ਮਨੁੱਖੀ ਅੱਖ ਇੱਕ ਕੈਮਰੇ ਦੀ ਤਰ੍ਹਾਂ ਹੁੰਦੀ ਹੈ ਜੋ ਸਾਨੂੰ ਚਾਰੇ ਪਾਸੇ ਦੇ ਰੰਗ ਬਿਰੰਗੇ ਸੰਸਾਰ ਨੂੰ ਵੇਖਣ ਦੇ ਯੋਗ ਬਣਾਉਂਦੀ ਹੈ. ਪਾਰਟਸ ਆਫ ਹਿਊਮਨ ਆਈ. ਮਨੁੱਖੀ ਅੱਖ ਦੇ ਭਾਗ. ਫਸਟ, ਕੋਰਨੀਆ. ਲਾਈਟ ਐਂਟਰਸ ਇਨ ਦਾ ਆਈ ਥਰੂ ਅ ਥਿਨ ਮੈਂਬਰੇਨ ਵਿਚ ਇਜ਼ ਕਾਲਡ ਕੋਰਨੀਆ. ਕਾਰਨੀਆ ਪ੍ਰਕਾਸ਼ ਇੱਕ ਪਤਲੀ ਝਿੱਲੀ ਵਿੱਚੋਂ ਹੋ ਕੇ ਅੱਖ ਵਿੱਚ ਪ੍ਰਵੇਸ਼ ਕਰਦਾ ਹੈ. ਇਸ ਝਿੱਲੀ ਨੂੰ ਕੋਰਨੀਆ ਕਹਿੰਦੇ ਹਨ. ਬੱਚੇ ਤੁਸੀਂ ਦੇਖ ਰਹੇ ਹੋ ਡਾਇਗਰਾਮ ਦੇ ਵਿੱਚ ਫਰੰਟ ਜਿਹੜਾ ਟਰਾਂਸਪੇਰੈਂਟ ਪੋਰਸ਼ਨ ਹੈ that is known as cornea. Crystalline lens. Crystalline lens focus the objects at various distance at retina. Crystalline lens ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਰੈਟੀਨਾ ਉੱਤੇ ਫੋਕਸ ਕਰਦਾ ਹੈ. Iris. There is a structure behind cornea which is called iris. It is a dark colored muscular diaphragm which controls the pupil. ਕਾਰਨੀਆ ਦੇ ਪਿੱਛੇ ਇੱਕ ਰਚਨਾ ਹੁੰਦੀ ਹੈ ਜਿਸ ਨੂੰ ਆਇਰਿਸ ਕਿਹਾ ਜਾਂਦਾ ਹੈ. ਇਹ ਗਹਿਰੇ ਰੰਗ ਦਾ ਪੇਸ਼ੀਦਾਰ ਡਾਇਫਰਾਮ ਹੁੰਦਾ ਹੈ ਜੋ ਪੁਤਲੀ ਨੂੰ ਨਿਯੰਤਰਿਤ ਕਰਦਾ ਹੈ. ਇਸ ਤੋਂ ਇਲਾਵਾ ਬੱਚੇ ਇਹ ਕਲਰ ਇੰਪਾਰਟ ਟੂ ਦਾ ਆਈਸ. ਅੱਖਾਂ ਦਾ ਜਿਹੜਾ ਰੰਗ ਹੁੰਦਾ ਹੈ, ਕਿਸ ਦੀ ਨੀਲੀਆਂ ਅੱਖਾਂ ਹੈ, ਕਿਸ ਦੀ ਭੂਰੀਆਂ ਅੱਖਾਂ ਹੈ, ਕਿਸ ਦੀ ਕਾਲੀਆਂ ਅੱਖਾਂ ਹੈ, ਉਹ ਆਇਰਿਸ ਦੇ ਕਾਰਨ ਹੀ ਹੁੰਦੀਆਂ ਹਨ. Pupil controls the amount of light entering in the eye. ਪੁਤਲੀ ਅੱਖ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦੀ ਹੈ. ਬੱਚੇ ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਡਿਮ ਲਾਈਟ 'ਚ ਜਾਂਦੇ ਹਾਂ ਅਤੇ ਅੱਖਾਂ ਇੱਦਾਂ ਪੂਰੀਆਂ ਖੋਲ੍ਹ ਕੇ ਦੇਖਦੇ ਹਾਂ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ, ਯਾਨੀ ਤਾਂ ਕਿ ਲਾਈਟ ਪ੍ਰੋਪਰ ਅਮਾਊਂਟ ਆਫ ਲਾਈਟ ਮੇ ਐਂਟਰ ਇਨਟੂ ਆਵਰ ਆਈਜ਼. ਔਰ ਜਦੋਂ ਬਹੁਤ ਜ਼ਿਆਦਾ ਬਰਾਈਟ ਲਾਈਟ ਹੁੰਦੀ ਹੈ ਅਤੇ ਦੇਖੋ ਸਾਡੀ ਪੁਤਲੀ ਜਿਹੜੀ ਹੈ ਉਹ ਛੋਟੀ ਹੋ ਜਾਂਦੀ ਹੈ ਤਾਂ ਕਿ ਘੱਟ ਅਮਾਊਂਟ ਜਿਹੜੀ ਹੈ ਲਾਈਟ ਦੀ ਸਾਡੇ ਅੱਖਾਂ ਦੇ ਅੰਦਰ ਜਾਏ. ਠੀਕ ਹੈ, ਔਰ ਨੀਅਰ ਅਗਰ ਆਪਾਂ ਦੇਖਣਾ ਹੁੰਦਾ ਹੈ ਅਤੇ ਅੱਖਾਂ ਜਿਹੜੀਆਂ ਹੈ ਉਹ ਉਸ ਤਰ੍ਹਾਂ ਐਡਜਸਟ ਕਰ ਦਿੰਦੀਆਂ, ਯਾਨੀ ਕਿ ਪਿਊਪਲ ਦਾ ਸਾਈਜ਼ ਛੋਟਾ ਜਾਂ ਵੱਡਾ ਹੋ ਜਾਂਦਾ ਹੈ ਤਾਂ ਕਿ ਉਹ ਲਾਈਟ ਦੀ ਅਮਾਊਂਟ ਨੂੰ ਕੰਟਰੋਲ ਕਰ ਸਕੇ. ਰੈਟੀਨਾ. ਰੈਟੀਨਾ is a soft membrane which has a large number of photosensitive cells. Image is formed on retina.
ਰੈਟਿਨਾ ਇੱਕ ਕੋਮਲ ਝਿੱਲੀ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੇ ਪ੍ਰਕਾਸ਼ ਸੰਵੇਦਨਸ਼ੀਲ ਸੈੱਲ ਹੁੰਦੇ ਹਨ। ਪ੍ਰਤੀਬਿੰਬ ਰੈਟਿਨਾ ਉੱਪਰ ਹੀ ਬਣਦਾ ਹੈ। ਬੱਚੇ ਰੈਟਿਨਾ ਜਿਹੜੇ ਹੈ ਉਹਦੇ ਜਿਹੜੇ ਫੋਟੋ ਰਿਸੈਪਟਰ ਸੈਲਸ ਹੈ ਰੋਡ ਐਂਡ ਕੋਨ ਸੈਲਸ। ਜਿਹੜੇ ਕੋਨ ਸੈਲਸ ਹੈ ਉਹ ਸਾਨੂੰ ਕਲਰ ਦੇ ਪ੍ਰਤੀ ਜਾਣਕਾਰੀ ਦਿੰਦੇ ਹੈ। ਰੋਡ ਸੈਲ ਜਿਹੜੇ ਹੈ ਲਾਈਟ ਇੰਟੈਂਸਿਟੀ ਪ੍ਰਤੀ ਸੰਵੇਦਨਸ਼ੀਲ ਹੁੰਦੇ ਹੈ ਅਤੇ ਇਸ ਕਰਕੇ ਅਸੀਂ ਐਗਜ਼ੈਕਟ ਇਮੇਜ ਜਿਹੜਾ ਹੈ ਉਸਦਾ ਕਲਰ ਔਰ ਪ੍ਰੋਪਰ ਇੰਟੈਂਸਿਟੀ ਨਾਲ ਉਸ ਨੂੰ ਆਪਣੇ ਰੈਟਿਨਾ 'ਤੇ ਜਿਹੜਾ ਪ੍ਰਤੀਬਿੰਬ ਬਣਦਾ ਹੈ ਉਹ ਸਾਡੇ ਦਿਮਾਗ 'ਤੇ ਐਨਾਲਾਈਜ਼ ਹੋ ਜਾਂਦਾ ਹੈ। ਸੋ ਇਹ ਰੈਟਿਨਾ ਜਿਹੜਾ ਹੈ ਉਹ ਇੱਕ ਪਰਦੇ ਦੀ ਤਰ੍ਹਾਂ ਕੰਮ ਕਰਦਾ ਹੈ ਜਿੱਥੇ ਕਿ ਇਮੇਜ ਬਣਦਾ ਹੈ। Optical nerves. Optical nerves transfer the image formed on retina to brain in the form of signals. ਪ੍ਰਕਾਸ਼ੀ ਨਾੜੀਆਂ ਜਿਹੜੀਆਂ ਹੈ ਉਹ ਰੈਟਿਨਾ ਉੱਪਰ ਬਣੇ ਪ੍ਰਤੀਬਿੰਬ ਨੂੰ ਦਿਮਾਗ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ। ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੀ ਦੇਖ ਰਹੇ ਹੋ ਕਿ ਅਗਰ ਇੱਕ ਡਾਇਗਰਾਮ ਹੈ, ਕੋਈ ਵੀ ਸਾਨੂੰ ਚੀਜ਼ ਨਜ਼ਰ ਆ ਰਹੀ ਹੈ ਆਬਜੈਕਟ, ਉਸ ਦਾ ਇਮੇਜ ਰੈਟਿਨਾ 'ਤੇ ਬਣਿਆ ਔਰ ਰੈਟਿਨਾ ਜਿਹੜਾ ਹੈ ਉਹ ਮੈਸੇਜ ਕਿੱਥੇ ਲੈ ਕੇ ਜਾ ਰਿਹਾ ਹੈ, ਬ੍ਰੇਨ ਤੱਕ। ਕਿਹਦੇ ਥਰੂ ਲੈ ਕੇ ਜਾ ਰਿਹਾ? ਆਪਟਿਕ ਨਰਵਸ ਦੇ ਥਰੂ। Ciliary muscles. Ciliary muscles change the focal length of lens by changing its curvature. Ciliary ਪੇਸ਼ੀਆਂ ਇਹ ਪ੍ਰਕਾਸ਼ੀ ਲੈਂਸ ਦੀ ਵਕਰਤਾ ਵਿੱਚ ਪਰਿਵਰਤਨ ਕਰਕੇ ਉਸ ਦੀ ਫੋਕਸ ਦੂਰੀ ਪ੍ਰਵਰਤਿਤ ਕਰਦੇ ਹਨ। ਜਿਵੇਂ ਕਿ ਡਾਇਗਰਾਮ 'ਚ ਤੁਸੀਂ ਦੇਖ ਰਹੇ ਹੋ ਕਿ ਸਿਲਰੀ ਮਸਲਸ ਜਿਹੜੇ ਹੈਗੇ ਆ, ਥੀਸ ਆਰ ਦਾ ਮਸਲਸ ਜਿਹੜੇ ਕੀ ਕਰਦੇ ਆ, ਕਰਵੇਚਰ ਨੂੰ ਚੇਂਜ ਕਰਦੇ ਆ ਜਿਹਦੇ ਨਾਲ ਫੋਕਲ ਲੈਂਥ ਜਿਹੜੀ ਹੈ ਉਹ ਐਡਜਸਟ ਹੁੰਦੀ ਹੈ ਕਿ ਜਦੋਂ ਤੁਸੀਂ ਦੂਰ ਦੀ ਵਸਤੂ ਦੇਖਣੀ ਹੈ, ਨਜ਼ਦੀਕ ਦੀ ਵਸਤੂ ਦੇਖਣੀ ਹੈ, ਉਹਦੇ ਅਕੋਰਡਿੰਗਲੀ ਜਿਹੜੀ ਫੋਕਲ ਲੈਂਥ ਹੈ ਉਸ ਨੂੰ ਕੌਨਸੀਲਰੀ ਮਸਲਸ ਜਿਹੜੇ ਹੈ ਐਡਜਸਟ ਕਰਦੇ ਆ ਕਿਉਂਕਿ ਇਹਨਾਂ ਨੇ ਲੈਂਸ ਨੂੰ ਹੋਲਡ ਕਰਕੇ ਰੱਖਿਆ ਹੁੰਦਾ ਹੈ, ਫੜਿਆ ਹੁੰਦਾ ਹੈ ਲੈਂਸ ਨੂੰ। Now we will discuss the defects of vision. ਦ੍ਰਿਸ਼ਟੀ ਦੋਸ਼ ਕੀ ਹੁੰਦੇ ਹਨ ਇਹਨਾਂ ਦੇ ਬਾਰੇ ਹੁਣ ਆਪਾਂ ਡਿਸਕਸ ਕਰਾਂਗੇ। ਆਈ ਬॉल ਜਿਹੜਾ ਹੈ ਦੇਖੋ, ਅਗਰ ਉਸਦੀ ਸ਼ੇਪ ਚੇਂਜ ਹੋ ਜਾਂਦੀ ਹੈ, ਫੋਕਲ ਲੈਂਥ ਚੇਂਜ ਹੋ ਜਾਂਦੀ ਹੈ ਤਾਂ ਜਾਂ ਸਿਲਰੀ ਮਸਲਸ ਜਿਹੜੇ ਹੈਗੇ ਆ ਉਹ ਵੀਕ ਹੋ ਜਾਂਦੇ ਆ ਤਾਂ ਡਿਫੈਕਟਸ ਜਿਹੜੇ ਹੈ ਉਹ ਕਾਜ਼ ਹੁੰਦੇ ਆ। ਫਸਟ ਡਿਫੈਕਟ ਸਟੂਡੈਂਟਸ ਹੈ ਮਾਇਓਪੀਆ। A person with myopia can see nearby objects clearly but cannot see distant objects distinctly. In a myopic eye, the image of distant object is formed in front of retina and not at the retina itself. ਨਿਕਟ ਦ੍ਰਿਸ਼ਟੀ ਦੋਸ਼। ਨਿਕਟ ਦ੍ਰਿਸ਼ਟੀ ਦੋਸ਼ ਵਾਲਾ ਵਿਅਕਤੀ ਨੇੜੇ ਰੱਖੀ ਵਸਤੂਆਂ ਨੂੰ ਤਾਂ ਸਪਸ਼ਟ ਦੇਖ ਸਕਦਾ ਹੈ ਪਰੰਤੂ ਦੂਰ ਰੱਖੀਆਂ ਵਸਤੂਆਂ ਨੂੰ ਸਪਸ਼ਟਤਾ ਨਾਲ ਨਹੀਂ ਦੇਖ ਸਕਦਾ। ਨਿਕਟ ਦ੍ਰਿਸ਼ਟੀ ਦੋਸ਼ ਯੁਕਤ ਅੱਖ ਵਿੱਚ ਕਿਸੇ ਦੂਰ ਰੱਖੀ ਵਸਤੂ ਦਾ ਪ੍ਰਤੀਬਿੰਬ ਰੈਟਿਨਾ ਉੱਤੇ ਨਾ ਬਣ ਕੇ ਰੈਟਿਨਾ ਦੇ ਸਾਹਮਣੇ ਬਣਦਾ ਹੈ। ਬੱਚੇ ਇਸ ਦਾ ਕਾਰਨ ਕੀ ਹੈ? ਰੀਜ਼ਨ ਫਸਟ ਇਜ਼ ਐਕਸੈਸਿਵ ਕਰਵੇਚਰ ਆਫ ਆਈ ਲੈਂਸ ਐਂਡ ਸੈਕਿੰਡ ਐਲੋਂਗੇਸ਼ਨ ਆਫ ਦਾ ਆਈ ਬਾਲ, ਯਾਨੀ ਨੇਤਰ ਲੈਂਸ ਦੀ ਵਕਰਤਾ ਦਾ ਵੱਧ ਜਾਣਾ ਔਰ ਡੇਲੇ ਦਾ ਲੰਬਾ ਹੋ ਜਾਣਾ। ਇਹ ਦੋ ਕਾਰਨ ਹੈ ਜਿਹਦੇ ਕਾਰਨ ਮਾਇਓਪੀਆ ਜਿਹੜਾ ਹੈ ਉਹ ਹੋ ਜਾਂਦਾ ਹੈ। ਹੁਣ ਇਸ ਨੂੰ ਆਪਾਂ ਕਿਵੇਂ ਕਰੈਕਟ ਕਰਾਂਗੇ? ਕਰੈਕਸ਼ਨ ਬਾय यूजिंग अ कनकेव ਲੈਂਸ ਆਫ ਸੁਟੇਬਲ ਪਾਰ, ਯਾਨੀ ਅਗਰ ਮਾਇਓਪੀਆ ਹੋ ਜਾਂਦਾ ਹੈ ਤੇ ਉਸ ਨੂੰ ਠੀਕ ਕਰਨ ਲਈ ਆਪਾਂ ਅਵਤਲ ਲੈਂਸ ਦਾ ਉਪਯੋਗ ਕਰਦੇ ਹਾਂ। ਜਿਵੇਂ ਕਿ ਰੇ ਡਾਇਗਰਾਮ 'ਚ ਵੀ ਤੁਸੀਂ ਦੇਖ ਰਹੇ ਹੋ ਕਿ ਰੇਜ਼ ਆਫ ਲਾਈਟ ਜਿਹੜੀਆਂ ਆ ਰਹੀਆਂ ਹਨ ਉਹ ਇਮੇਜ ਕਿੱਥੇ ਬਣਾ ਰਹੀਆਂ ਹਨ? ਇਨ ਫਰੰਟ ਆਫ ਦਾ ਰੈਟਿਨਾ। ਰੈਟਿਨਾ ਤੇ ਨਾ ਬਣ ਕੇ ਉਹ ਪਹਿਲੇ ਹੀ ਦੇਖੋ ਮਿਲ ਰਹੀਆਂ ਹੈ ਰੇਜ਼। ਆਪਾਂ ਕਨਕੇਵ ਲੈਂਸ ਦੀ ਜਿਹੜਾ ਯੂਜ਼ ਕੀਤਾ ਔਰ ਫਾਰ ਪੁਆਇੰਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਨਕੇਵ ਲੈਂਸ ਨੂੰ ਯੂਜ਼ ਕਰਕੇ ਆਪਾਂ ਜਿਹੜਾ ਪ੍ਰਤੀਬਿੰਬ ਜਿਹੜਾ ਹੈ ਉਹ ਰੈਟਿਨਾ ਤੇ ਬਣਵਾਇਆ। ਇਸ ਦਾ ਮਤਲਬ ਹੈ ਕਿ ਅਵਤਲ ਲੈਂਸ ਜਾਂ ਕਨਕੇਵ ਲੈਂਸ ਦੀ ਵਰਤੋਂ ਕਰਕੇ ਆਪਾਂ ਉਸ ਜਿਹੜੀ ਡਿਫੈਕਟ ਹੈ ਮਾਇਓਪੀਆ ਨੂੰ ਠੀਕ ਕਰ ਲਿਆ। Now second defect is hypermetropia. A person with hypermetropia can see distant objects clearly but cannot see nearby objects distinctly. In hypermetropic eye, the image of nearby objects is formed behind the retina
ਐਂਡ ਨਾਟ ਐਟ ਦ ਰੈਟੀਨਾ ਇਟਸੈਲਫ। ਯਾਨੀ ਦੂਰ ਦ੍ਰਿਸ਼ਟੀ ਦੋਸ਼ ਦੇ ਵਿੱਚ ਵਿਅਕਤੀ ਦੂਰ ਦੀਆਂ ਵਸਤੂਆਂ ਨੂੰ ਤਾਂ ਸਪਸ਼ਟ ਦੇਖ ਸਕਦਾ ਹੈ, ਪਰੰਤੂ ਨੇੜੇ ਰੱਖੀਆਂ ਵਸਤੂਆਂ ਨੂੰ ਸਪਸ਼ਟਤਾ ਨਾਲ ਨਹੀਂ ਦੇਖ ਸਕਦਾ। ਦੂਰ ਦ੍ਰਿਸ਼ਟੀ ਦੋਸ਼ ਯੁਕਤ ਅੱਖ ਵਿੱਚ ਕਿਸੇ ਨੇੜੇ ਰੱਖੀ ਵਸਤੂ ਦਾ ਪ੍ਰਤੀਬਿੰਬ ਰੈਟਿਨਾ ਉੱਤੇ ਨਾ ਬਣ ਕੇ ਰੈਟਿਨਾ ਦੇ ਪਿੱਛੇ ਬਣਦਾ ਹੈ। ਰੀਜ਼ਨ ਬਿਹਾਈਂਡ ਦ ਹਾਈਪਰਮੈਟ੍ਰੋਪੀਆ। First is the focal length of eye lens is too long, and second the eyeball has become too small। यानी ਨੇਤਰ ਲੈਂਸ ਦੀ ਫੋਕਸ ਦੂਰੀ ਦਾ ਵੱਧ ਜਾਣਾ ਅਤੇ ਡੇਲੇ ਦਾ ਛੋਟਾ ਹੋ ਜਾਣਾ। ਜਿਵੇਂ ਕਿ ਤੁਸੀਂ ਡਾਇਗਰਾਮ 'ਚ ਵੀ ਦੇਖ ਰਹੇ ਹੋ ਬੱਚੇ ਕਿ ਫੋਕਲ ਲੈਂਥ ਜਿਹੜੀ ਹੈ ਉਹ ਕੀ ਹੋ ਗਈ ਹੈ, ਜ਼ਿਆਦਾ ਹੋ ਗਈ ਹੈ, ਔਰ ਜਿਹੜਾ ਡੇਲੇ ਦਾ ਭਾਗ ਜਿਹੜਾ ਹੈ ਉਹ ਕੀ ਹੋ ਗਿਆ, ਛੋਟਾ। ਯਾਨੀ ਆਈਬਾਲ ਜਿਹੜਾ ਹੈ ਉਹ ਥੋੜ੍ਹਾ ਜਿਹਾ ਛੋਟਾ ਹੋ ਗਿਆ, ਜਿਸ ਕਰਕੇ ਦੇਖੋ ਹਾਈਪਰਮੈਟ੍ਰੋਪਿਕ ਆਈ ਜਿਹੜੀ ਹੈਗੀ ਹੈ, ਨੋਰਮਲ ਆਈ 'ਚ ਦੇਖੋ ਫੋਕਲ ਲੈਂਥ ਕਿੱਥੇ ਸ਼ੋ ਹੋ ਰਹੀ ਹੈ, ਔਰ ਹਾਈਪਰਮੈਟ੍ਰੋਪੀਆ 'ਚ ਜਿਹੜੀ ਫੋਕਲ ਲੈਂਥ ਹੈ ਬਿਹਾਈਂਡ ਦਾ ਰੈਟੀਨਾ ਹੋ ਰਹੀ ਹੈ। ਇਹਦਾ ਮਤਲਬ ਜਿਹੜਾ ਪ੍ਰਤੀਬਿੰਬ ਹੈ, ਇਮੇਜ ਹੈ, ਉਹ ਬਿਹਾਈਂਡ ਦਾ ਰੈਟੀਨਾ ਬਣੇਗਾ। ਔਰ ਇਹ ਸਿਰਫ ਕਿਸ ਕਾਰਨ ਹੋਇਆ ਹੈ, ਕਿਉਂਕਿ focal length of the eye lens becomes too long and eyeball becomes small। Hypermetropia can be corrected by using a convex lens of suitable power। यानी सुधार ਕਰਨ ਲਈ ਸਾਨੂੰ ਉੱਤਲ ਲੈਂਸ ਦੀ ਵਰਤੋਂ ਕਰਨੀ ਪਵੇਗੀ। ਜਿਵੇਂ ਕਿ ਡਾਇਗਰਾਮ 'ਚ ਦੇਖ ਰਹੇ ਹੋ ਕਿ ਨਾਰਮਲ ਆਈ ਜਿਹੜੀ ਹੈ ਨਾਰਮਲ ਇਮੇਜ ਬਣਾ ਰਹੀ ਹੈ ਰੈਟੀਨਾ 'ਤੇ, ਲੇਕਿਨ ਜੇ ਹਾਈਪਰਮੈਟ੍ਰੋਪੀਆ ਹੋ ਗਿਆ ਹੈ ਤਾਂ ਇਮੇਜ ਜਿਹੜੀ ਫਾਰਮੇਸ਼ਨ ਜਿਹੜੀ ਹੈ ਬਿਹਾਈਂਡ ਦਾ ਰੈਟੀਨਾ ਹੋ ਰਹੀ ਹੈ। ਸੋ ਜਿਹੜਾ ਕਨਵੈਕਸ ਲੈਂਸ ਹੈ ਉਸ ਨੂੰ ਫਾਰ ਪੁਆਇੰਟ ਨੂੰ ਥੋੜ੍ਹਾ ਜਿਹਾ ਅੱਗੇ ਲੈ ਗਿਆ ਔਰ ਇਮੇਜ ਵਿਲ ਬੀ ਫਾਰਮਡ ਐਟ ਰੈਟੀਨਾ ਇਟਸੈਲਫ। Now the next disease is presbyopia। With aging, gradual weakening of ciliary muscles occurs and flexibility of eye lens diminishes। Due to this, power of accommodation of human eye decreases. People find it difficult to see nearby objects comfortably and distinctly। This defect of vision is called presbyopia। ਬੱਚੇ ਨੈਕਸਟ ਜਿਹੜੀ ਡਿਜ਼ੀਜ਼ ਹੈ ਜ਼ਰਾ ਦੂਰ ਦ੍ਰਿਸ਼ਟਤਾ। ਉਮਰ ਵਿੱਚ ਵਾਧਾ ਹੋਣ ਦੇ ਨਾਲ ਸਿਲਰੀ ਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਲੈਂਸ ਦੇ ਲਚੀਲੇਪਨ ਵਿੱਚ ਕਮੀ ਆ ਜਾਂਦੀ ਹੈ, ਜਿਸ ਕਾਰਨ ਅੱਖ ਦੀ ਅਨੁਕੂਲਨ ਸਮਰੱਥਾ ਘਟ ਜਾਂਦੀ ਹੈ। ਇਸ ਕਰਕੇ ਆਰਾਮਦਾਇਕ ਢੰਗ ਨਾਲ ਵਸਤੂਆਂ ਨੂੰ ਵੇਖਣ ਵਿੱਚ ਕਠਿਨਾਈ ਹੁੰਦੀ ਹੈ। ਇਸ ਦੋਸ਼ ਨੂੰ ਜ਼ਰਾ ਦੂਰ ਦ੍ਰਿਸ਼ਟਤਾ ਕਹਿੰਦੇ ਹਨ। ਸਟੂਡੈਂਟਸ, ਆਈ ਥਿੰਕ ਸਟਰਕਚਰ ਆਫ ਆਈਜ਼ ਐਂਡ ਡਿਫੈਕਟਸ ਆਫ ਆਈਜ਼ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਇਸ ਵੀਡੀਓ ਰਾਹੀਂ। ਔਰ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਆਪਣੇ 10th ਕਲਾਸ ਦੇ ਫਰੈਂਡਸ ਨਾਲ, ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋ ਸਕੇ। ਐਕਚੁਅਲੀ ਇਹ ਕੁਐਸਚਨ ਜਿਹੜੇ ਆ 8th ਕਲਾਸ 'ਚ ਵੀ ਹੈ, ਸੋ 8th ਕਲਾਸ ਵਾਲੇ ਸਟੂਡੈਂਟਸ ਨਾਲ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਥੈਂਕ ਯੂ।